two-day session of Punjab Vidhan Sabha ended just a while back. This session will be remembered for quite a few things. Amongst them, the resolution passed by the Punjab Vidhan Sabha unanimously, rejecting the draft national policy for agriculture marketing. And number two, the, the very subtle power struggle between Chief Minister Bhagwant Mann and Aam Aadmi Party State President Mr. Aman Arora. I'm Ruchika M. Khanna, and in today's episode of Decode Punjab, I'm joined by my colleague Mr. Rajmeet Singh as we let you know what all happened in the two-day session. So, Rajmeet ji, ਇਹ ਜਿਹੜਾ ਸੈਸ਼ਨ ਖਤਮ ਹੋਇਆ ਇਹਦੇ ਚ ਕਾਂਗਰਸ ਦੀ ਪਰਫਾਰਮੈਂਸ ਤੁਹਾਨੂੰ ਕਿਹੋ ਜਿਹੀ ਲਈ ਕਿਉਂਕਿ ਕਾਂਗਰਸ ਨੇ ਪ੍ਰਿੰਸੀਪਲ ਆਪੋਜੀਸ਼ਨ ਪਾਰਟੀ ਹੈ ਇਹਨਾਂ ਨੇ ਇਲੈਕਸ਼ਨ ਸੈਸ਼ਨ ਸ਼ੁਰੂ ਹੋਣ ਤੋਂ ਪਹਿਲਾਂ ਇਹਨਾਂ ਨੇ ਕਾਫੀ ਕੁਝ ਕਿਹਾ ਸੀ ਵੀ ਅਸੀਂ ਕਰਪਸ਼ਨ ਦੀ ਇਸ਼ੂ ਰੇਸ ਕਰਾਂਗੇ ਅਸੀਂ ਇਹ ਕਰਾਂਗੇ ਉਹ ਕਰਾਂਗੇ ਪਰ ਪਹਿਲਾ ਦਿਨ ਤਾਂ ਇਹਨਾਂ ਨੇ ਕੁਝ ਵੀ ਨਹੀਂ ਕੀਤਾ ਤੇ ਅੱਜ ਦੂਜੇ ਦਿਨ ਵੀ ਬਹੁਤ ਹੀ ਬਲੰਟ ਜਿਹਾ ਅਟੈਕ ਰਿਹਾ ਤੁਹਾਡੀ ਕੀ ਇਸ ਤੇ ਰਾਏ ਹੈਗੀ Yeah, certainly, Ruchika, it was not a good show of not a good performance by the Congress. Rather, the Aam Aadmi Party leaders Aman Arora and Bhagwant Mann took on the chief minister. Like one of the ministers mentioned about his coal scam, bitumen scam. So I think the Congress was more on a defensive rather than being on the offensive. ਬਟ ਮਤਲਬ ਹੁਣ ਕਾਂਗਰਸ ਦੀ ਸਰਕਾਰ ਗਏ 3 ਸਾਲ ਆਲਮੋਸਟ ਖਤਮ ਹੋ ਚੁੱਕੇ ਨੇ ਤੇ ਡੋਂਟ ਯੂ ਥਿੰਕ ਦੇ ਸ਼ੁੱਡ ਹੈਵ ਐਕਚੁਅਲੀ ਬੀਨ ਔਨ ਦ offensive? I think there was lack of coordination among the Congress MLAs. Because now the Amrinder Rajavading has gone to member Parliament. Sukhjinder Randhawa is not there. So Bajwa did try to raise a big issue like about the corruption in the government and the mining issue, but I think couldn't sustain the argument for long. ਸੋ ਰਾਜਮੀਤ ਜੀ ਇਹ ਜਿਹੜਾ ਮਾਈਨਿੰਗ ਹੈਗਾ ਇਹ ਜਿਹੜੇ ਕੁਝ ਇਸ਼ੂਜ਼ ਨੇ ਜਿਹੜੇ ਹਮੇਸ਼ਾ ਹਰ ਇੱਕ ਵਿਧਾਨ ਸਭਾ ਸੈਸ਼ਨ ਆਉਂਦੇ ਨੇ ਇੱਕ ਅਵਾਰਾ ਪਸ਼ੂਆਂ ਦਾ ਅਵਾਰਾ ਕੁੱਤਿਆਂ ਦਾ ਹੋ ਗਿਆ ਦੂਜਾ ਹੋ ਗਿਆ ਜਿਹੜਾ ਇਲੀਗਲ ਮਾਈਨਿੰਗ ਚੱਲਦੀ ਹੈ ਪੂਰੇ ਪੰਜਾਬ ਤੇ ਇਹਦਾ ਕੋਈ ਸਿੱਟਾ ਨਿਕਲਦਾ ਕਦੇ ਕਿ ਨਹੀਂ ਆਈ ਥਿੰਕ ਇਹ ਡਿਸਕਸ਼ਨ ਤੱਕ ਹੀ ਰਹਿ ਜਾਂਦਾ ਜੀ ਜਿੱਦਾਂ ਉਹਨਾਂ ਨੇ ਕਿਹਾ ਸੀ ਕਿ FIA ਕਰਾਤੇ ਇੱਕ ਮਿਨਿਸਟਰ ਦਾ ਰਿਸ਼ਤੇਦਾਰ ਹੈ ਜਿਹੜਾ ਕ੍ਰਸ਼ਰ ਚਲਾ ਰਿਹਾ ਆਈ ਥਿੰਕ ਨਥਿੰਗ ਕਮਸ ਆਊਟ ਆਫ ਇਟ ਆਈ ਥਿੰਕ ਡਿਸਕਸ਼ਨ देयर mere डिस्कशन एंड देयर इज़ नो थॉरो प्रोब की माइनिंग क्यों नहीं बंद हो रही पिछली सरकार ते इस सरकार च भी माइनिंग चली जा रही उदा ही चली जा रही है आई थिंक कुछ होया नहीं है देयर इज़ नथिंग सबस्टेंशियल अबाउट इट so Ruchika ji how do you sum up what are the highlights of this 2 day session ਕੀ ਮੇਜਰ ਹੋਇਆ ਦੇ ਵਿੱਚ ਰਾਜਵੀਰ ਜੀ ਮੇਨ ਤਾਂ ਜਿਵੇਂ ਆਪਾਂ ਪਹਿਲਾਂ ਵੀ ਗੱਲ ਕੀਤੀ ਆ ਵੀ ਜਿਹੜਾ ਮੇਨ ਚੀਜ਼ ਹੋਈ ਉਹ ਹੈਗੀ ਆ ਜਿਹੜਾ ਇਹਨੇ ਰੈਜ਼ੋਲੂਸ਼ਨ ਪਾਸ ਕੀਤਾ ਤੇ ਇਹਨਾਂ ਨੇ ਰਿਜੈਕਟ ਕੀਤਾ ਜਿਹੜਾ ਡਰਾਫਟ ਪਾਲਿਸੀ ਨੈਸ਼ਨਲ ਫਰੇਮਵਰਕ ਹੈਗਾ ਔਨ ਐਗਰੀਕਲਚਰਲ ਮਾਰਕੀਟਿੰਗ ਇਹਨਾਂ ਨੇ ਦੋ ਚੀਜ਼ਾਂ ਤੇ ਰਿਜੈਕਟ ਕੀਤੀ ਹੈ ਨੰਬਰ 1 ਇਹਨਾਂ ਨੇ ਕਹਿਤਾ ਵੀ ਇਹ ਦਿਸ ਇਜ਼ ਅਗੇਂਸਟ ਦ ਸਪਿਰਿਟ ਆਫ ਦ ਕਨਸਟੀਟਿਊਸ਼ਨ ਬਿਕੋਜ਼ ਜਿਹੜਾ ਐਗਰੀਕਲਚਰਲ ਮਾਰਕੀਟਿੰਗ ਹੈਗਾ ਇਟ ਇਜ਼ ਅ ਸਟੇਟ ਸਬਜੈਕਟ ਐਂਡ ਦ center should not have intervened in framing a policy on this and number 2 ਪੰਜਾਬ ਜਿਹੜੀ ਬਹੁਤ ਦੇਰ ਤੋਂ ਗੱਲ ਚੱਲਦੀ ਆ ਉਹ ਇਹ ਚੱਲਦੀ ਆ ਵੀ ਜਿਹੜਾ ਸੈਂਟਰ ਹੈਗਾ ਇਸ ਵੇਲੇ ਜਿਹੜਾ ਬੀਜੇਪੀ ਰੂਲ ਸੈਂਟਰ ਹੈਗਾ ਉਹ ਬਹੁਤ ਜ਼ਿਆਦਾ ਕਾਰਪੋਰੇਟਸ ਨੂੰ ਐਗਰੀਕਲਚਰਲ ਕਮੋਡਿਟੀਜ਼ ਮਾਰਕੀਟ ਵਿੱਚ ਲੈ ਕੇ ਆਉਣ 'ਚ ਇੰਟਰਸਟਿਡ ਹੈਗਾ ਤੇ ਇਸੇ ਕਰਕੇ ਪਾਲਿਸੀ ਬਣਾਈ ਗਈ ਆ ਜਿੰਨੇ ਕਿਸਾਨ ਨੇ ਤੇ ਜਿੰਨੇ ਕਿਸਾਨ ਲੀਡਰ ਨੇ ਤੇ ਜਿੰਨੇ ਵੀ ਸਾਡੇ ਨੇਤਾ ਨੇ ਆਪੋਜੀਸ਼ਨ ਧਿਰ ਦੇ ਤੇ ਰੂਲਿੰਗ ਪਾਰਟੀ ਦੇ ਇਹਨਾਂ ਸਭ ਦਾ ਇਹ ਕਹਿਣਾ ਹੈਗਾ ਵੀ ਇਹ ਜਿਹੜੀ ਪਾਲਿਸੀ ਹੈਗੀ ਆ ਇਹ ਇਨਕਰੇਜ ਕਰ ਰਹੀ ਹੈ ਕਾਰਪੋਰੇਟਸ ਨੂੰ ਐਂਟਰੀ ਕਰਨ ਵਾਸਤੇ ਤੇ ਜੇ ਪੁਰਾਣੇ ਜਿਹੜੇ 3 ਕਾਲੇ ਕਾਨੂੰਨ ਸੀਗੇ ਜਿਹੜੇ 2020-21 ਵਿੱਚ ਲਿਆਏ ਗਏ ਸੀ ਜਿਹਦੇ ਕਰਕੇ 1 ਸਾਲ ਸਟਰਗਲ ਚੱਲੀ ਫਾਰਮਰਸ ਦੀ ਉਹ ਕਾਨੂੰਨ ਨੂੰ ਬੈਕਡੋਰ ਐਂਟਰੀ ਕਰਕੇ ਲਿਆਉਣ ਦਾ ਤਰੀਕਾ ਹੈਗਾ ਸੋ ਮੈਂ ਸਮਝਦੀ ਹਾਂ ਵੀ ਇਹ ਸਭ ਤੋਂ ਵੱਡੀ ਜਿਹੜੀ ਇਸ ਸੈਸ਼ਨ ਦੀ ਗੱਲ ਹੈਗੀ ਉਹ ਇਹ ਹੈਗੀ ਆ ਤੇ ਰਾਜਮੀਤ ਜੀ ਇਹ ਜਿਹੜਾ ਇਹਨਾਂ ਨੇ ਰੈਜ਼ੋਲੂਸ਼ਨ ਅੱਜ ਪਾਸ ਕੀਤਾ ਜਿਹੜੀ ਫੋਟੋਗ੍ਰਾਫਸ ਹਟਾਈ ਗਏ ਨੇ ਡਾਕਟਰ ਅੰਬੇਦਕਰ ਦੀ ਤੇ ਭਗਤ ਸਿੰਘ ਜੀ ਦੀ ਦਿੱਲੀ ਵਿੱਚ ਤੁਹਾਨੂੰ ਕੀ ਲੱਗਦਾ ਉਹਦਾ ਪੰਜਾਬ 'ਚ ਕੀ ਇੰਪੈਕਟ ਪਏਗਾ ਦੇਖੋ ਇੱਕ ਬੜਾ ਇੰਟਰਸਟਿੰਗ ਡਿਵੈਲਪਮੈਂਟ ਹੈ ਬਿਕੋਜ਼ ਇਟਸ ਹੈਪਨਡ ਇਨ ਦ ਸਟੇਟ ਅਸੈਂਬਲੀ ਦਿੱਲੀ ਅਸੈਂਬਲੀ ਤੇ ਆਮ ਆਦਮੀ ਪਾਰਟੀ ਹੈਜ਼ ਰੀਸੈਂਟਲੀ ਲੋਸਟ ਦ ਇਲੈਕਸ਼ਨਸ ਇਨ ਦਿੱਲੀ ਸੋ ਇਹਨਾਂ ਨੇ ਇੱਕ ਰੈਜ਼ੋਲੂਸ਼ਨ ਲਿਆਂਦਾ ਜਿਹਦੇ ਵਿੱਚ ਇਹਨਾਂ ਨੇ ਕੰਡੈਮ ਕੀਤਾ ਕਿ ਜਿਹੜੀ ਉਹਨਾਂ ਨੇ ਡਾਕਟਰ BR ਅੰਬੇਡਕਰ ਐਂਡ ਭਗਤ ਸਿੰਘ ਦੀ ਪਿਕਚਰਸ ਚੀਫ ਮਿਨਿਸਟਰ ਦੇ ਆਫਿਸ ਤੋਂ ਤੇ ਮਿਨਿਸਟਰ ਦੇ ਆਫਿਸ ਤੋਂ ਅਸੀਂ ਦਿੱਲੀ ਸੈਕਟਰੀਏਟ ਵਿੱਚ ਹਟਾਈ ਹੈ ਉਹਨੂੰ ਅਨੋਨਿਮਸਲੀ ਕੰਡੈਮ ਕੀਤਾ ਤੇ ਪ੍ਰੈਜ਼ੀਡੈਂਟ ਆਫ ਇੰਡੀਆ ਨੂੰ ਡਿਸਾਈਡ ਕੀਤਾ ਲਿਖਾਂਗੇ ਕਿ ਦਿਸ ਇਜ਼ ਅਗੇਂਸਟ ਐਂਟੀ ਦਲਿਤ ਐਂਡ ਇਟਸ BJP ਇਜ਼ ਆਲਰੇਡੀ ਸਪਰੈਸਿੰਗ ਦੀ ਮਾਈਨੋਰਿਟੀਜ਼ ਐਂਡ ਦ ਦਲਿਤ ਤੇ ਉਹਦੇ ਵਿੱਚ ਇੱਕ ਇੰਟਰਸਟਿੰਗ ਗੱਲ ਹੋਰ ਹੋਈ ਹੈ ਕਿ ਕਾਂਗਰਸ ਨੇ ਡਿਮਾਂਡ ਕੀਤਾ ਸੀ ਕਿ ਡਾਕਟਰ ਮਨਮੋਹਨ ਸਿੰਘ ਵਾਸਤੇ ਭਾਰਤ ਰਤਨ ਦਿੱਤਾ ਜਾਵੇ but as Bajwa alleged after outside the house कि speaker after he got a signal from the chief minister कि he did not allow the resolution to come so it was not taken up this is the crux of the resolution
ਤਾਂ ਰੁਚਿਕਾ ਜੀ ਇਹ ਜਿਹੜਾ ਮਾਈਨਿੰਗ ਦਾ ਇੱਕ ਤੁਸੀਂ ਦੱਸਿਆ ਕਿ ਮਾਈਨਿੰਗ ਦਾ ਇਸ਼ੂ ਇੱਥੇ ਬਹੁਤ ਡਿਸਕਸ ਹੋਇਆ ਕਰਪਸ਼ਨ ਨੈਰੇਟਿਵ, ਕਿਉਂਕਿ ਆਮ ਆਦਮੀ ਪਾਰਟੀ ਇਸ ਕਰਪਸ਼ਨ ਦੇ ਨੈਰੇਟਿਵ ਨੂੰ ਦੁਬਾਰਾ ਬਿਲਡ ਅਪ ਕਰ ਰਹੀ ਹੈ, ਤੇ ਤੁਹਾਨੂੰ ਕੀ ਵਾਟ ਵਾਸ ਦ ਇਸ਼ੂ ਤੇ ਉਹਦੇ ਚੋਂ ਕੀ ਫੈਕਟਸ ਕੀ ਦੱਸੇ ਨੇ, ਜਿੱਦਾਂ ਐਲੀਗੇਸ਼ਨ ਲਾਇਆ ਕਾਂਗਰਸ ਨੇ ਵੀ ਮਾਈਨਿੰਗ ਬੰਦ ਨਹੀਂ ਹੋ ਰਹੀ? ਰਾਜਵੀਰ ਜੀ, ਇਹ ਜਿਹੜਾ ਇਸ਼ੂ ਅੱਜ ਕਰਪਸ਼ਨ ਦਾ ਡਿਸਕਸ ਹੋਇਆ ਅੱਜ ਦੇ ਸੈਸ਼ਨ ਵਿੱਚ, ਉਹ ਸ਼ੁਰੂ ਹੋਇਆ ਇੱਕ ਪੀਐਸਸੀਬੀ ਇੰਜੀਨੀਅਰਸ ਐਸੋਸੀਏਸ਼ਨ ਹੈਗੀ ਆ, ਉਹਨਾਂ ਨੇ ਕੁਝ ਦਿਨ ਪਹਿਲਾਂ ਚਿੱਠੀ ਲਿਖੀ ਸੀਗੀ ਸੀਐਮ ਭਗਵੰਤ ਮਾਨ ਨੂੰ, ਤੇ ਉਹਦੇ ਵਿੱਚ ਉਹਨਾਂ ਨੇ ਐਲੀਗੇਸ਼ਨਸ ਲਾਏ ਸੀਗੇ ਕਿ ਵੀ ਕੁਝ ਲੋਕੀ ਨੇ ਇੱਕ ਪਾਰਟੀ ਦੇ, ਉਹਨਾਂ ਨੇ ਨਾਂ ਨਹੀਂ ਲਿਆ ਪਾਰਟੀ ਦਾ, ਉਹਨਾਂ ਨੇ ਕਿਹਾ ਵੀ ਕੁਝ ਲੋਕੀ ਨੇ ਇੱਕ ਪਾਰਟੀ ਦੇ ਜਿਹੜੇ ਕਿ ਪਾਰਟੀ ਫੰਡ ਮੰਗਦੇ ਨੇ ਫॉर द Delhi elections. That was the allegation made by the PSCB Engineers Association. So as soon as this reached, the Vigilance Bureau was asked to conduct an investigation into the whole thing. So apparently an FIR was also registered. But this issue has snowballed into a very major political controversy for Aam Aadmi Party. So the whole issue of corruption was built up on this very issue. So as things progressed, in the assembly today, they all took up the issue of illegal mining. ਕੱਲ ਵੀ ਥੋੜਾ ਬਹੁਤ ਪ੍ਰਗਟ ਸਿੰਘ ਜੀ ਨੇ ਤੇ ਪ੍ਰਤਾਪ ਬਾਜਵਾ ਜੀ ਨੇ ਇਲੀਗਲ ਮਾਈਨਿੰਗ ਤੇ ਗੱਲਬਾਤ ਕੀਤੀ ਸੀਗੀ, ਬਟ ਗੱਲ ਉਹੀ ਹੈਗੀ ਆ, ਸਰਕਾਰ ਆਪਣੀ ਤਰਫੋਂ ਕਲੈਰੀਫਿਕੇਸ਼ਨ ਦਿੰਦੀ ਆ ਵੀ ਅਸੀਂ ਜਿਹੜਾ ਇਲੀਗਲ ਮਾਈਨਿੰਗ ਹਟਾਉਣ ਵਾਸਤੇ ਕੀ ਕੀਤਾ ਹੈ, ਆਪਾਂ ਕਿਵੇਂ ਜਿਹੜੇ ਸੈਂਡ ਤੇ ਗ੍ਰੇਵਲ ਨੇ ਉਹਨਾਂ ਦੇ ਪ੍ਰਾਈਸਿਸ ਕਿਵੇਂ ਆਪਾਂ ਕੰਟਰੋਲ ਕਰ ਰਹੇ ਹਾਂ, ਹੋਰ ਜੋ ਵੀ ਆਪਣੇ ਉਹ ਦਿੰਦੇ ਗਏ, ਪਰ ਇਹਦਾ ਸਿੱਟਾ ਕੁਝ ਨਹੀਂ ਨਿਕਲਦਾ, ਬਿਕੋਜ਼ ਅਲਟੀਮੇਟਲੀ ਜਿਹੜਾ ਪ੍ਰਾਈਮ ਕੰਸਰਨ ਹੁੰਦਾ ਹੈ ਸਰਕਾਰ ਦਾ, ਉਹ ਹੁੰਦਾ ਵੀ ਆਮ ਲੋਕਾਂ ਨੂੰ ਇਫੈਕਟ ਨਾ ਕਰੇ, ਤੇ ਇਹਦੇ ਜਿਹੜੀ ਸਪਲਾਈ ਹੈਗੀ ਆ, ਇਟ ਸ਼ੁੱਡ ਬੀ ਇਨ ਕੌਨਸੋਨੈਂਸ ਵਿਦ ਦ ਡਿਮਾਂਡ. ਸੋ because they want to bridge the gap between the demand and the supply, so illegal mining often is also ignored by the governments, just to please the people. So I think even in the assembly today, although the issue was raised, it becomes a political issue every time. We all know that in 2014 ਵਿੱਚ ਜਦੋਂ ਅਕਾਲੀ ਬੀਜੇਪੀ ਦੀ ਸਰਕਾਰ ਸੀਗੀ, ਉਸ ਵੇਲੇ ਵੀ ਇਸ਼ੂ ਬਹੁਤ ਗਰਾਊਂਡ ਤੇ ਉੱਠਿਆ ਸੀਗਾ, ਤੇ ਇੱਕ ਮੇਜਰ ਫੈਕਟਰ ਮੰਨਿਆ ਜਾਂਦਾ ਸੀ ਜਦੋਂ ਉਹ 2014 ਵਿੱਚ ਲੋਕ ਸਭਾ ਇਲੈਕਸ਼ਨਸ ਉਹਨਾਂ ਦੀ ਪਰਫਾਰਮੈਂਸ ਕਾਫੀ ਪੂਅਰ ਰਹੀ ਸੀਗੀ, ਬਟ ਅਲਟੀਮੇਟਲੀ ਇਹਦਾ ਨਾ ਹੁਣ ਇਸ ਤੋਂ ਜ਼ਿਆਦਾ ਕੁਝ ਸਿੱਟਾ ਨਿਕਲਦਾ ਨਹੀਂ ਹੈਗਾ, ਵੀ ਰੌਲਾ ਇਸ਼ੂ ਬਣਿਆ ਸੀਗਾ. ਬਿਲਕੁਲ. ਅੱਛਾ ਰੁਚਿਕਾ ਜੀ, ਕਿ ਜਿਹੜਾ ਪ੍ਰਗਟ ਨੇ ਇੱਕ ਬਹੁਤ ਵੱਡਾ ਐਲੀਗੇਸ਼ਨ ਲਾਇਆ ਕਿ ਪੁਲਿਸ ਸਟੇਟ ਬਣਦੀ ਜਾ ਰਹੀ ਹੈ, ਉਹਨੇ ਡਰੇਰੀ ਬੈਂਚਸ ਤੇ ਲਾਇਆ ਕਿ ਪੁਲਿਸ ਤੁਹਾਡੇ ਕੰਟਰੋਲ ਤੋਂ ਬਾਹਰ ਹੋ ਗਈ ਹੈ. ਵਾਟ ਡਜ਼ ਹੀ ਮੀਨ ਬਾਈ ਦੈਟ? ਉਹਨੇ ਇੱਕ ਐਲੀਗੇਸ਼ਨ ਲਾਇਆ ਸੀ ਕਿ ਵੀ ਜਿੱਦਾਂ ਤੁਹਾਡੀ ਪੰਚਾਇਤ ਇਲੈਕਸ਼ਨ ਚੋਂ ਕੈਂਡੀਡੇਟਸ ਨੂੰ ਚੱਕ ਕੇ ਲੈ ਜਾਂਦੇ ਆ, ਪੁਲਿਸ ਤੇ ਕੰਟਰੋਲ ਦੇਤਾ ਹੈ, ਬੇਸਿਕਲੀ ਸਿਵਲ ਐਡਮਿਨਿਸਟ੍ਰੇਸ਼ਨ ਉਹਨਾਂ ਦੇ ਹੱਥੋਂ ਬਾਹਰ. ਦੇਖੋ ਜੀ, ਮੈਨੂੰ ਤਾਂ ਇਹ ਸਮਝ ਆਇਆ ਕਿ ਪ੍ਰਗਟ ਸਿੰਘ ਜੀ ਇਹ ਕਹਿ ਰਹੇ ਸੀ ਹੁਣੇ, ਕਿਉਂਕਿ ਸਿਵਿਕ ਪੋਲਸ ਹੋ ਕੇ ਚੁੱਕੇ ਨੇ, ਤੇ ਪ੍ਰਗਟ ਸਿੰਘ ਜੀ ਇਹ ਕਹਿ ਰਹੇ ਸੀ ਕਿ ਜਿਹੜਾ ਸਿਵਿਕ ਪੋਲਸ ਵਿੱਚ ਪੁਲਿਸ ਨੇ ਬਹੁਤ ਰੋਲ ਪਲੇ ਕੀਤਾ ਇਹਨਾਂ ਦੇ ਆਪ ਦੇ ਬੰਦਿਆਂ ਨੂੰ ਚੁੱਕਣ ਵਿੱਚ ਜਾਂ ਉਹਨਾਂ ਨੂੰ ਮਨਾਉਣ ਵਿੱਚ. ਜਿਵੇਂ ਆਪਾਂ ਪਹਿਲਾਂ ਵੀ ਸੁਣਦੇ ਆਏ ਆ ਵੀ ਇਹ ਗੱਲਬਾਤ ਤਾਂ ਚੱਲ ਹੀ ਰਹੀ ਸੀ ਕਿ ਪੋਲੀਟੀਕਲ ਨੈਰੇਟਿਵ ਤਾਂ ਸੀਗਾ ਹੀ, ਕਾਂਗਰਸ ਵੱਲੋਂ ਉਠਾਇਆ ਗਿਆ, ਅਕਾਲੀਆਂ ਵੱਲੋਂ ਵੀ ਉਠਾਇਆ ਗਿਆ ਸੀ ਕਿ ਸਾਡੇ ਬਹੁਤ ਸਾਰੇ ਬੰਦਿਆਂ ਨੂੰ ਪੁਲਿਸ ਨੇ ਚੱਕ ਲਿਆ, ਜਾਂ ਕਿਸੇ ਤੇ ਕੇਸ ਰਜਿਸਟਰ ਕਰਤੇ, ਜਾਂ ਕਿਸੇ ਨੂੰ ਥ੍ਰੈਟਨ ਕੀਤਾ ਵੀ ਅਸੀਂ ਤੇਰੇ ਘਰ ਵਾਲੇ ਤੇ ਕੇਸ ਰਜਿਸਟਰ ਕਰ ਲਵਾਂਗੇ, ਜਾਂ ਤੁਸੀਂ ਆਪਣੀ ਕੈਂਡੀਡੇਚਰ ਵਾਪਸ ਲੈ ਲਓ. ਸੋ ਆਈ ਥਿੰਕ ਇਸ ਤੋਂ ਇਲਾਵਾ ਤਾਂ ਕੁਝ ਖਾਸ ਹੈਗਾ ਨਹੀਂ. And on that note, Rajmi ji, I would like to thank you for joining me for this episode of Decode Punjab. Thank you, viewers, for watching us. Please stay tuned to the Tribune. Please subscribe to our YouTube channel. Do continue to read your favorite newspaper, which is the Tribune, and do follow us on all our social media handles across X, on Facebook, and on Instagram. Thank you very much.